ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਿ ਅੱਜ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ, ਪਿਛਲੇ ਸਮੇਂ 'ਚ ਸੰਭਾਲਿਆ, ਮਦਦ ਕੀਤੀ, ਨਿਗਹਿਬਾਨੀ ਰਖਵਾਲੀ ਕੀਤੀ। ਸਭ ਗੱਲਾਂ ਦੇ ਲਈ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਅਸੀਂ ਆਪਣੇ ਉਸ ਵਿਸ਼ੇ ਦੇ ਵਿੱਚ ਜਾ ਰਹੇ ਹਾਂ ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਜੋ ਨੁਕਸਾਨ ਹੋਏ ਸੀ। ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ, ਅੱਜ ਉਹਦਾ ਪਾਠ ਨੰਬਰ 10 ਹੈ। ਤੋਂ ਪਿਛਲੇ ਦਿਨਾਂ 'ਚ ਅਸੀਂ ਸਿੱਖ ਰਹੇ ਸੀ ਕਿ ਕਿਸ ਤਰ੍ਹਾਂ ਸ਼ੈਤਾਨ ਨੇ ਆਦਮ ਔਰ ਹਵਾ ਤੋਂ ਪਾਪ ਕਰਵਾ ਕੇ ਮਨੁੱਖ ਜਾਤੀ ਦੇ ਲਈ ਇੱਕ ਬੜੀ ਹੀ ਵੱਡੀ ਸਮੱਸਿਆ ਪੈਦਾ ਕਰ ਦਿੱਤੀ। ਉਹ ਸੀ ਕਿ ਬੇਸ਼ੱਕ ਮਨੁੱਖ ਜਨਮਦਾ ਤੇ ਸੀ, ਪਰ ਜਨਮ ਦੇ ਸਮੇਂ ਤੋਂ ਹੀ ਉਹਦੇ ਉੱਪਰ ਮੌਤ ਦਾ ਵਸ ਸੀ। ਉਹਦੀ ਮੁਕਤੀ ਨਹੀਂ ਸੀ, ਆਤਮਿਕ ਤੌਰ ਤੇ ਮਰਿਆ ਸੀ। ਪਰ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਕਿ ਉਸ ਮਰੇ ਇਨਸਾਨ ਨੂੰ ਦੁਬਾਰਾ ਨਵਾਂ ਜੀਵਨ ਦਿੱਤਾ। ਫਿਰ ਪਰਮੇਸ਼ਰ ਦੇ ਨਾਲ ਉਹ ਸੰਗਤੀ ਟੁੱਟ ਚੁੱਕੀ ਸੀ। ਫਿਰ ਦੁਬਾਰਾ ਪਰਮੇਸ਼ਰ ਨੇ ਆਪਣੀ ਸੰਗਤੀ ਮਨੁੱਖਾਂ ਦੇ ਨਾਲ ਬਹਾਲ ਕੀਤੀ। ਫਿਰ ਇਨਸਾਨ ਨੰਗਾ ਹੋ ਚੁੱਕਾ ਸੀ ਔਰ ਪਰਮੇਸ਼ਰ ਨੇ ਫਿਰ ਇਨਸਾਨ ਨੂੰ ਐਸੇ ਜਲਾਲੀ ਵਸਤਰ ਔਰ ਇਨਸਾਨ ਨੂੰ ਮਹਿਮਾ ਦੇ ਵਸਤਰ ਜਾਂ ਆਤਮਿਕ ਵਸਤਰ ਪਹਿਨਾਏ, ਜਿਨ੍ਹਾਂ ਦੇ ਨਾਲ ਉਹ ਹੁਣ ਸ਼ੈਤਾਨ ਦਾ ਪੂਰਾ ਮੁਕਾਬਲਾ ਕਰ ਸਕਦਾ ਤੇ ਆਪਣੀ ਇਸ ਲੜਾਈ ਨੂੰ ਮੁਕਾ ਕੇ ਖਲੋ ਸਕਦਾ ਆ। ਔਰ ਉਸ ਤੋਂ ਅੱਗੇ ਸੀ ਕਿ ਉਹਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ ਸੀ, ਅਦਨ ਦੇ ਬਾਗ ਦੇ ਵਿੱਚੋਂ ਕੱਢ ਦਿੱਤਾ ਗਿਆ ਔਰ ਆਪਣਾ ਹੱਕ ਉਹਨੇ ਖੋਹ ਲਿਆ। ਤੋ ਅੱਜ ਜਿਸ ਪੁਆਇੰਟ ਤੇ ਅਸੀਂ ਗੱਲ ਕਰਨ ਲਈ ਜਾ ਰਹੇ ਹਾਂ ਉਹ ਆ ਕਿ ਜਿਸ ਘਰ ਦੇ ਵਿੱਚੋਂ ਉਹਨੂੰ ਕੱਢ ਦਿੱਤਾ ਗਿਆ ਸੀ, ਉਹਦੇ ਲਈ ਪਰਮੇਸ਼ਰ ਨੇ ਫਿਰ ਕੀ ਇੰਤਜ਼ਾਮ ਕੀਤਾ। ਤੁਸੀਂ ਜਾਣਦੇ ਹੋ ਇੱਕ ਉਜਾੜੂ ਪੁੱਤਰ ਦੀ ਕਹਾਣੀ, ਔਰ ਉਸ ਕਹਾਣੀ ਦੇ ਵਿੱਚ ਪਰਮੇਸ਼ਰ ਨੇ ਆਪਣਾ ਸੁਭਾਅ ਪ੍ਰਗਟ ਕੀਤਾ ਹੈ ਕਿ ਪਰਮੇਸ਼ਰ ਦਾ ਸੁਭਾਅ ਕੀ ਹੈ। ਉਸ ਕਹਾਣੀ ਦੇ ਵਿੱਚ ਤੁਸੀਂ ਦੇਖਦੇ ਹੋ, ਛੋਟਾ ਭਰਾ ਆਪਣਾ ਸਭ ਕੁਝ ਲੈ ਕੇ ਉਸ ਘਰ ਦੇ ਵਿੱਚੋਂ ਚਲਾ ਗਿਆ, ਪਰ ਆਖਰ ਇੱਕ ਦਿਨ ਉਹ ਜਦੋਂ ਵਾਪਸ ਆ ਰਿਹਾ ਤਾਂ ਲਿਖਿਆ ਪਿਤਾ ਕੋਠੇ ਦੇ ਉੱਪਰ ਜਾਂ ਛੱਤ ਦੇ ਉੱਪਰ ਚੜ੍ਹ ਕੇ ਆਪਣੇ ਬੇਟੇ ਦੀ ਉਡੀਕ ਕਰ ਰਿਹਾ ਸੀ। ਇਸੇ ਤਰ੍ਹਾਂ ਸਾਡੇ ਜੀਵਨਾਂ 'ਚ ਪਰਮੇਸ਼ਰ ਨੇ ਕੀਤਾ। ਕੱਢ ਤੇ ਉਹਨੇ ਦਿੱਤਾ, ਪਰਮੇਸ਼ਰ ਨੇ ਆਪਣੇ ਆਪ ਨੂੰ ਇਨਸਾਨ ਤੋਂ ਦੂਰ ਕਰ ਲਿਆ, ਪਰ ਪਰਮੇਸ਼ਰ ਨੇ ਫਿਰ ਆਪਣੇ ਪਿਆਰ ਨੂੰ ਪ੍ਰਗਟ ਕਰਦੇ ਹੋਏ ਦੁਬਾਰਾ ਇਨਸਾਨ ਨੂੰ ਆਪਣੇ ਕੋਲ ਬੁਲਾਇਆ। ਤੋ ਕਿਸ ਰੂਪ 'ਚ ਬੁਲਾਇਆ? ਆਈਏ ਪੜ੍ਹਦੇ ਹਾਂ ਇਫਸੀਆਂ ਦੀ ਪੱਤਰੀ 2 ਬਾਬ ਉਹਦਾ 19 ਵਚਨ। ਇਫਸੀਆਂ ਦੀ ਪੱਤਰੀ 2 ਬਾਬ 19 ਵਚਨ। ਸੋ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ। ਫਿਰ ਜਿਨ੍ਹਾਂ ਨੂੰ ਉਹ ਕਹਿੰਦਾ ਆਪਣੇ ਕੋਲ ਬੁਲਾਵੇ ਤੇ ਜਿਨ੍ਹਾਂ ਨੂੰ ਹੁਣ ਉਹਨੇ ਬੁਲਾ ਲਿਆ ਆ, ਕਹਿੰਦਾ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ। ਨੰਬਰ 1 ਓਪਰੇ, ਨੰਬਰ 2 ਪਰਦੇਸੀ। ਸਗੋਂ ਸੰਤਾਂ ਦੇ ਵਤਨੀ। ਓਪਰੇ ਤੇ ਪਰਦੇਸੀ ਨਹੀਂ, ਸਗੋਂ ਹੁਣ ਤੁਸੀਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ। ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ। ਸਾਡਾ ਪਹਿਲਾ ਜਿਹੜਾ ਜਨਮ ਸੀ, ਆਦਮ ਦੇ ਸਮੇਂ ਜਨਮ, ਆਦਮ ਨੂੰ ਪਰਮੇਸ਼ਰ ਨੇ ਪੁੱਤਰ ਕਰਕੇ ਨਹੀਂ ਕਿਹਾ। ਆਦਮ ਨੂੰ ਸਿਰਫ ਆਪਣੇ ਸਰੂਪ ਤੇ ਬਣਾਇਆ ਸੀ, ਪਰ ਹੁਣ ਦੁਬਾਰਾ ਜਦੋਂ ਸਾਡੇ ਨਾਲ ਦੁਬਾਰਾ ਰਿਸ਼ਤਾ ਜੋੜ ਰਿਹਾ, ਕਹਿੰਦਾ ਹੁਣ ਤੋਂ ਤੁਸੀਂ ਮੇਰੇ ਸੰਤਾਂ ਦੇ ਵਤਨੀ ਔਰ ਮੇਰੇ ਘਰਾਣੇ ਦੇ ਹੋ। ਇੱਕ ਪਰਮੇਸ਼ਰ ਦੇ ਘਰਾਣੇ ਦਾ ਹੋਣਾ, ਸੰਤਾਂ ਦਾ ਵਤਨੀ ਹੋਣਾ, ਹੁਣ ਪਰਦੇਸੀ ਨਹੀਂ ਹੋਣਾ, ਸਗੋਂ ਓਪਰੇ ਨਹੀਂ ਹੋਣਾ। ਇਹਦਾ ਮਾਇਨੇ ਕੀ ਆ?
ਅੱਜ ਅਸੀਂ ਇਹ ਥੋੜੇ ਸਮੇਂ ਦੇ ਵਿੱਚ ਸਿੱਖਣ ਲਈ ਜਾ ਰਹੇ ਹਾਂ। ਇਹ 4 ਗੱਲਾਂ ਸਾਨੂੰ ਕਹਿੰਦੀਆਂ ਕੀ ਨੇ? ਪਰਮੇਸ਼ਰ ਇਹਨਾਂ 4 ਗੱਲਾਂ ਦੇ ਦੁਆਰਾ ਸਾਡੇ ਨਾਲ ਕੈਸਾ ਸੰਬੰਧ ਜਾਂ ਕੈਸਾ ਰਿਸ਼ਤਾ ਦੁਬਾਰਾ ਜੋੜਨਾ ਚਾਹੁੰਦਾ ਆ। ਕਹਿੰਦਾ ਸੋ ਹੁਣ ਤੋਂ ਤੁਸੀਂ ਓਪਰੇ ਤੇ ਸਗੋਂ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦੇ ਹੋ। ਮੇਰੇ ਪਿਆਰਿਓ, ਜੋ ਤੋਬਾ ਕਰਦਾ, ਜੋ ਬਪਤਿਸਮਾ ਲੈਂਦਾ, ਜਿਹਦੀ ਮੁਕਤੀ ਹੋ ਗਈ ਆ, ਉਹ ਹੁਣ ਓਪਰਾ ਤੇ ਪਰਦੇਸੀ ਨਹੀਂ ਆ। ਉਹ ਹੁਣ ਪਰਮੇਸ਼ਰ ਸੰਤਾਂ ਦਾ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦਾ ਹੈ। ਕਹਿਣ ਦਾ ਮਤਲਬ ਕਿ ਤੁਸੀਂ ਜਿਹੜੇ ਬਾਹਰ ਸੀ, ਤੁਹਾਨੂੰ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ, ਤੁਹਾਨੂੰ ਪਰਮੇਸ਼ਰ ਨੇ ਹੁਣ ਦੁਬਾਰਾ ਅੰਦਰ ਕੀ ਕਰ ਲਿਆ ਆ? ਬੁਲਾ ਲਿਆ ਆ। ਇੱਕ ਵਚਨ ਪੜ੍ਹੀਏ, ਪਹਿਲਾ ਪਤਰਸ 3 ਬਾਬ 10 ਔਰ 11 ਵਚਨ। ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਦਾ ਹਾਂ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ। ਹੁਣ ਕਹਿੰਦਾ ਜਿਹੜਾ ਜੀਵਨ ਦੇ ਨਾਲ ਪ੍ਰੇਮ ਰੱਖਦਾ ਆ ਤੇ ਭਲੇ ਦਿਨ ਵੇਖਣਾ ਚਾਹੁੰਦਾ ਹੈ, ਹਾਂ, ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮੱਕਰ ਬੋਲਣ ਤੋਂ ਰੋਕ ਰੱਖੇ। ਹਾਂ, ਉਹ ਬਦੀ ਤੋਂ ਹਟ ਜਾਵੇ ਉਹ ਬਦੀ ਤੋਂ ਕੀ ਕਰੇ? ਹਟ ਜਾਵੇ, ਹਾਂ, ਅਤੇ ਨੇਕੀ ਕਰੇ, ਔਰ ਨੇਕੀ ਕਰੇ, ਮਿਲਾਪ ਨੂੰ ਲੱਭੇ ਮਿਲਾਪ ਨੂੰ ਲੱਭੇ, ਅਤੇ ਉਹਦਾ ਪਿੱਛਾ ਕਰੇ। ਔਰ ਉਹਦਾ ਕੀ ਕਰੇ? ਪਰਮੇਸ਼ਰ ਕੀ ਕਹਿੰਦਾ? ਜੇਕਰ ਤੁਸੀਂ ਚੰਗੇ ਦਿਨ ਦੇਖਣਾ ਚਾਹੁੰਦੇ ਹੋ, ਜੇਕਰ ਤੁਸੀਂ ਚੰਗਾ ਸਮਾਂ ਚੰਗੇ ਦਿਨ ਕਹਿਣ ਤੋਂ ਮਤਲਬ ਪਰਮੇਸ਼ਰ ਦਾ ਰਾਜ ਦੇਖਣਾ ਚਾਹੁੰਦੇ, ਪਰਮੇਸ਼ਰ ਦੇ ਰਾਜ ਚ ਆਉਣਾ ਚਾਹੁੰਦੇ ਹੋ, ਤੇ ਸਭ ਤੋਂ ਪਹਿਲਾਂ ਕੀ ਕਰੋ? ਪੜ੍ਹੀਏ ਦੁਬਾਰਾ। ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਦਾ ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਹਾਂ, ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮੱਕਰ ਬੋਲਣ ਤੋਂ ਰੋਕ ਰੱਖੇ। ਹਾਂ, ਉਹ ਬਦੀ ਤੋਂ ਹਟ ਜਾਵੇ, ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਔਰ ਨੇਕੀ ਕਰੇ, ਹਾਂ, ਮਿਲਾਪ ਨੂੰ ਲੱਭੇ, ਔਰ ਪਰਮੇਸ਼ਰ ਦੇ ਨਾਲ ਦੁਬਾਰਾ ਮਿਲਾਪ ਨੂੰ ਕੀ ਕਰੇ? ਲੱਭੇ, ਹਾਂ, ਅਤੇ ਉਹਦਾ ਪਿੱਛਾ ਕਰੇ। ਔਰ ਉਹਦਾ ਪਿੱਛਾ ਕਰੇ। ਪਰਮੇਸ਼ਰ ਦਾ ਵਚਨ ਕਹਿੰਦਾ ਤੁਸੀਂ ਲੱਭੋਗੇ ਤੇ ਤੁਹਾਨੂੰ ਕੀ ਕਰ ਜਾਏਗਾ? ਦਿੱਤਾ, ਮਿਲ ਜਾਵੇਗਾ। ਹਿੰਦੀ 'ਚ ਲਿਖਿਆ ਢੂੰढोगे तो ਪਾਓਗੇ। ਜੇਕਰ ਤੁਸੀਂ ਪਰਮੇਸ਼ਰ ਦੇ ਪਿੱਛੇ ਜਾਂ ਪਰਮੇਸ਼ਰ ਦੇ ਨਾਲ ਮੇਲ ਕਰਨਾ ਚਾਹੁੰਦੇ ਹੋ, ਅੱਜ ਇਨਸਾਨ ਨੂੰ ਇਹ ਪਤਾ ਨਹੀਂ ਆ ਕਿ ਮੇਰਾ ਸੰਬੰਧ ਪਰਮੇਸ਼ਰ ਦੇ ਨਾਲੋਂ ਟੁੱਟ ਚੁੱਕਾ ਆ। ਅੱਜ ਇਨਸਾਨ ਸੰਸਾਰਿਕ ਤੌਰ ਤੇ, ਸਰੀਰਕ ਤੌਰ ਤੇ ਆਸ਼ੀਸ਼ਾਂ ਬਰਕਤਾਂ ਦੇ ਮਗਰ ਪਿਆ। ਸਿਰਫ ਤੁਸੀਂ ਆਸ਼ੀਸ਼ਾਂ ਨੂੰ ਲੈ ਕੇ ਜਾਂ ਬਰਕਤਾਂ ਨੂੰ ਲੈ ਕੇ ਜਿੰਨਾ ਮਰਜ਼ੀ ਇਸ ਧਰਤੀ ਤੇ ਅਮੀਰ ਬਣ ਸਕਦੇ ਹੋ, ਸਭ ਕੁਝ ਪਾ ਸਕਦੇ ਹੋ, ਪਰ ਇੱਕ ਚੀਜ਼ ਜਿਹੜੀ ਤੁਸੀਂ ਕਦੇ ਨਹੀਂ ਪਾ ਸਕਦੇ, ਉਹ ਆ ਪਰਮੇਸ਼ਰ ਦੇ ਘਰਾਣੇ ਦੇ ਹੋਣਾ। ਤੁਸੀਂ ਇਸ ਧਰਤੀ ਦੇ ਨਾਲ ਤੇ ਸੰਬੰਧ ਰੱਖ ਸਕਦੇ ਹੋ, ਪਰ ਤੁਹਾਡਾ ਸਵਰਗ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੋਵੇਗਾ। ਇਸ ਕਰਕੇ ਮੇਰੇ ਪਿਆਰਿਓ, ਪਰਮੇਸ਼ਰ ਦਾ ਵਚਨ ਕਹਿੰਦਾ ਮੇਲ ਦਾ ਪਿੱਛਾ ਕਰੋ। ਪੜੋ ਦੁਬਾਰਾ 11 ਵਚਨ। ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ, ਮਿਲਾਪ ਨੂੰ ਲੱਭੇ, ਅਤੇ ਉਹਦਾ ਪਿੱਛਾ ਕਰੇ, ਔਰ ਉਹਦਾ ਪਿੱਛਾ ਕਰੇ। ਮੇਰੇ ਪਿਆਰਿਓ, ਬੇਸ਼ੱਕ ਅਸੀਂ ਇੱਥੇ ਮਿਲਾਪ ਦਾ ਪਿੱਛਾ ਨਹੀਂ ਕੀਤਾ, ਪਰ ਪਰਮੇਸ਼ਰ ਨੇ ਸਾਡੇ ਵਾਸਤੇ ਮਿਲਾਪ ਦਾ ਰਸਤਾ ਖੋਲ ਦਿੱਤਾ ਹੋਇਆ ਆ। ਉਹ ਕੀ ਕਹਿੰਦਾ? ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਬਾਹਰ ਕੀ ਕਰਦਾ? ਮੇਰੀ ਆਵਾਜ਼ ਤੇ ਸੁਣ। ਜੇਕਰ ਕੋਈ ਸੁਣਦਾ ਹੋਵੇ ਤੇ ਖੋਲੇ, ਤੇ ਮੈਂ ਉਹਦੇ ਨਾਲ ਕੀ ਕਰਨਾ ਚਾਹੁੰਦਾ ਹਾਂ? ਅੰਦਰ ਆਉਣਾ ਚਾਹੁੰਦਾ। ਪਰਮੇਸ਼ਰ ਸਾਡੇ ਜੀਵਨਾਂ ਚ ਆਉਣਾ ਚਾਹੁੰਦਾ ਆ। ਪਰ ਯਾਦ ਰੱਖੋ ਉਹਨਾਂ ਨੁਕਸਾਨਾਂ ਨੂੰ ਜੋ ਸ਼ੈਤਾਨ ਨੇ ਅਦਨ ਦੇ ਬਾਗ ਦੇ ਵਿੱਚ ਸਾਰੀ ਮਨੁੱਖ ਜਾਤੀ ਦੇ ਲਈ ਕਰ ਦਿੱਤੇ ਸੀ। ਸਾਨੂੰ ਪਰਮੇਸ਼ਰ ਦੇ ਘਰ ਚੋਂ ਬਾਹਰ ਜਾਣਾ ਪਿਆ ਸੀ, ਪਰ ਪਰਮੇਸ਼ਰ ਨੇ ਦੁਬਾਰਾ ਬੁਲਾ ਕੇ ਸਾਨੂੰ ਕਿਹੜਾ ਅਹੁਦਾ ਦਿੱਤਾ? ਕਹਿੰਦਾ ਹੁਣ ਤਾਂ ਤੁਸੀਂ ਓਪਰੇ ਤੇ ਨਾਲੇ ਪਰਦੇਸੀ ਨਹੀਂ ਹੋ, ਸਗੋਂ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਕੀ ਹੋ? ਘਰਾਣੇ। ਦੁਬਾਰਾ ਪੜੋ ਜਰਾ Efesians 6:2-19। ਸੋ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ। ਹੁਣ ਤੋਂ ਤੁਸੀਂ ਓਪਰੇ ਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ। ਹੁਣ ਓਪਰੇ ਕੀ ਹੁੰਦਾ ਆ? ਇਹ ਵੇਖਣਾ ਤੇ ਸਾਨੂੰ
ਪੁਰਾਣੀ ਸ਼ਰ੍ਹਾ 'ਚ ਜਾਣਾ ਪੈਣਾ ਆ। ਇਸਰਾਇਲ ਦਾ ਉਹ ਸਾਰਾ ਇਤਿਹਾਸ ਵੇਖਣਾ ਪੈਣਾ ਕਿ ਓਪਰਾ ਬੰਦਾ ਕੀ ਸੀ ਇਸਰਾਇਲ ਦੇ ਵਿੱਚ। ਓਪਰਾ ਇਹ ਸੀ ਔਰ ਪਰਦੇਸੀ ਇਹ ਸੀ ਕਿ ਤੁਸੀਂ ਇਸਰਾਇਲ ਦੇ ਵਿੱਚ ਤੇ ਆ ਸਕਦੇ ਹੋ, ਪਰ ਉੱਥੋਂ ਦੀ 1 ਇੰਚ ਜ਼ਮੀਨ ਵੀ ਤੁਸੀਂ ਲੈ ਨਹੀਂ ਸਕਦੇ। ਤੁਸੀਂ ਇਸਰਾਇਲ ਦੇ ਵਿੱਚ ਜਾ ਤੇ ਸਕਦੇ ਹੋ, ਪਰ ਉੱਥੋਂ ਦੇ ਅਧਿਕਾਰੀ ਨਹੀਂ ਬਣ ਸਕਦੇ। ਨਾ ਹੀ ਤੇ ਕਿਸੇ ਓਪਰੇ ਨੂੰ ਤੇ ਨਾ ਹੀ ਕਿਸੇ ਪਰਦੇਸੀ ਨੂੰ। ਯਾਦ ਰੱਖੋ, ਉਸ ਸਮੇਂ ਨਾ ਕਿਸੇ ਓਪਰੇ ਨੂੰ ਤੇ ਨਾ ਹੀ ਪਰਦੇਸੀ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਜਾਣ ਦੀ ਆਗਿਆ ਨਹੀਂ ਸੀ। ਜੇ ਜਾਣਾ ਵੀ ਆ ਤੇ ਉਹ ਸਭਨਾਂ ਤੋਂ ਪਿੱਛੇ ਬੈਠਣਗੇ। ਸਭ ਤੋਂ ਪਹਿਲਾਂ ਮਹਾਜਾਜਕ, ਫਿਰ ਜਾਜਕ, ਫਿਰ ਯਹੂਦੀ ਪੁਰਖ, ਫਿਰ ਯਹੂਦੀ ਔਰਤਾਂ ਤੇ ਉਸ ਤੋਂ ਬਾਅਦ ਦੂਸਰੇ ਪਰਦੇਸੀ। ਤੇ ਕਦੇ ਵੀ ਕਿਸੇ ਪਰਦੇਸੀ ਦੀ ਸੁੰਨਤ ਨਹੀਂ ਸੀ ਕੀਤੀ ਜਾਂਦੀ। ਸੁੰਨਤ ਕਹਿਣ ਤੋਂ ਮਤਲਬ ਉਹਨੂੰ ਕਦੇ ਵੀ ਪਰਮੇਸ਼ਰ ਦੇ ਘਰ ਦੇ ਵਿੱਚ, ਰਾਜ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਹ ਸੀ ਸ਼ੈਤਾਨ ਨੇ ਸਾਡੇ ਨਾਲ ਕੀਤਾ। ਪਰਮੇਸ਼ਰ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ, ਸਾਡੇ ਅੰਦਰ ਜੀਵਨ ਦਾ ਸਾਹ ਫੂਕਿਆ, ਪਰ ਸਾਡੇ ਕੋਲੋਂ ਪਾਪ ਕਰਾ ਕੇ, ਪਾਪ ਦਾ ਜੀਵਨ ਸਾਨੂੰ ਦੇ ਕੇ ਪਵਿੱਤਰ ਪਰਮੇਸ਼ਰ ਨੂੰ ਤੇ ਸਾਨੂੰ ਇੰਨਾ ਅਲੱਗ ਕਰ ਦਿੱਤਾ ਕਿ ਅਸੀਂ ਓਪਰੇ ਤੇ ਪਰਦੇਸੀ ਦੇ ਸਮਾਨ ਸੀ। ਪਰ ਪਰਮੇਸ਼ਰ ਦੀ ਕਿਰਪਾ ਹੋਈ, ਪਰਮੇਸ਼ਰ ਦਾ ਫਜ਼ਲ ਹੋਇਆ ਸਾਡੇ ਉੱਪਰ। ਉਹਨੇ ਸਾਨੂੰ ਦੁਬਾਰਾ ਵਿਛੜਿਆਂ ਨੂੰ ਇੱਕ ਕੀਤਾ। ਕਹਿੰਦਾ ਹੁਣ ਤੋਂ ਤੁਸੀਂ ਓਪਰੇ ਤੇ ਪਰਦੇਸੀ ਨਹੀਂ। ਇੱਕ ਵਚਨ ਪੜ੍ਹੀਏ, ਰੋਮੀਆਂ 11 ਬਾਬ ਉਹਦਾ 17 ਵਚਨ। ਉਹਨੇ ਕਿਸ ਵਿਧ ਨਾਲ ਇਹ ਕੀਤਾ? ਪਰ ਜੇ ਡਾਲੀਆਂ ਵਿੱਚੋਂ ਕਈਆਂ ਕੋ ਤੋੜੀਆਂ ਗਈਆਂ, ਹਾਂ, ਅਤੇ ਤੂੰ ਜਿਹੜਾ ਜੰਗਲੀ ਜੈਤੂਨ ਸੈਂ ਉਹਨਾਂ ਵਿੱਚ ਪਿਓਂਦ ਚੜਾਇਆ ਗਿਆ ਅਤੇ ਜੈਤੂਨ ਦੀ ਜੜ ਦੇ ਰਸ ਦਾ ਸਾਂਝੀ ਹੋਇਆ ਹੈ। ਅਸੀਂ ਜੰਗਲੀ ਜੈਤੂਨ ਸੀ। ਸਾਨੂੰ ਜੰਗਲੀ ਜੈਤੂਨਾਂ ਨੂੰ ਪਰਮੇਸ਼ਰ ਨੇ ਆਪਣੇ ਅਸਲੀ ਜੈਤੂਨ ਦੇ ਉੱਤੇ ਪਿਓਂਦ ਚੜਾ ਦਿੱਤਾ ਕਿ ਹੁਣ ਤੋਂ ਤੈਨੂੰ ਸਾਰੀ ਖੁਰਾਕ ਕਿੱਥੋਂ ਮਿਲੇਗੀ? ਇੱਥੋਂ, ਜਿੱਥੋਂ ਇਹ ਮੇਰੀਆਂ ਅਸਲੀ ਡਾਣੀਆਂ ਖੁਰਾਕ ਲੈ ਰਹੀਆਂ, ਉੱਥੋਂ ਤੂੰ ਲਵੇਂਗਾ। ਇਹ ਆ ਪਰਮੇਸ਼ਰ ਦੇ ਵਤਨੀ ਤੇ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦੇ ਹੋਣਾ। ਕਹਿੰਦਾ ਹੁਣ ਤੋਂ ਤੁਸੀਂ ਕੀ ਨਹੀਂ ਜੇ, ਫਿਰ ਓਪਰੇ ਨਹੀਂ, ਹੁਣ ਤੋਂ ਤੁਸੀਂ ਪਰਦੇਸੀ ਵੀ ਨਹੀਂ, ਬਲਕਿ ਹੁਣ ਤੋਂ ਤੁਸੀਂ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਕੀ ਬਣ ਗਏ? ਇਸ ਤਰ੍ਹਾਂ ਪਿਓਂਦ ਚੜਾ ਕੇ ਜੰਗਲੀ ਬੂਟੀ ਦਾ ਦਰਜਾ ਸੀ, ਸਾਨੂੰ ਜੰਗਲੀ ਜੈਤੂਨ ਦਾ ਦਰਜਾ ਸੀ, ਪਰ ਜੰਗਲੀ ਤੋਂ ਅਸਲੀ ਜੈਤੂਨ ਦੇ ਵਿੱਚ ਪਰਮੇਸ਼ਰ ਨੇ ਕੀ ਕੀਤਾ? ਸਾਨੂੰ ਮਿਲਾਇਆ। ਤਾਂ ਤੇ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਕਿਉਂ ਅੱਜ ਦੇ ਦਿਨ, ਐਤਵਾਰ ਦੇ ਦਿਨ, ਸਾਰੇ ਸੰਸਾਰ ਦੇ ਉੱਪਰ ਸਭ ਲੋਕ ਪਰਮੇਸ਼ਰ ਦਾ ਧੰਨਵਾਦ ਕਰਦੇ? ਪਰਮੇਸ਼ਰ ਤੂੰ ਭਲਾ ਆ, ਪਰਮੇਸ਼ਰ ਤੂੰ ਅੱਛਾ ਆ, ਪਰਮੇਸ਼ਰ ਤੂੰ ਚੰਗਾ ਆ। ਕਿਉਂ ਕਹਿ ਰਹੇ ਨੇ? ਕਿਉਂਕਿ ਉਹਨੇ ਉਹ ਕੰਮ ਕੀਤੇ ਜਿਹੜੇ ਸਾਡੀ ਸੋਚ ਤੋਂ ਕੀ ਸੀ? ਪਰੇ ਸੀ, ਤੇ ਜਿਸ ਦੇ ਯੋਗ ਅਸੀਂ ਨਹੀਂ ਸੀ। ਅਸੀਂ ਇਸ ਯੋਗ ਨਹੀਂ ਸੀ ਕਿ ਫੇਰ ਦੁਬਾਰਾ ਪਰਮੇਸ਼ਰ ਦੇ ਕੋਲ ਜਾਈਏ। ਪਰ ਪਰਮੇਸ਼ਰ ਨੇ ਸਿਰਫ ਬੁਲਾਇਆ ਨਹੀਂ, ਸਾਡੇ ਤੋਂ ਉਹ ਓਪਰੇ ਤੇ ਪਰਦੇਸੀ ਹੋਣ ਦਾ ਧੱਬਾ ਵੀ ਕੀ ਕੀਤਾ ਆ? ਦੂਰ ਕੀਤਾ। ਕਹਿੰਦਾ ਹੁਣ ਤੋਂ ਤੁਸੀਂ ਓਪਰੇ ਤੇ ਪਰਦੇਸੀ ਨਹੀਂ, ਦੋ ਗੱਲਾਂ ਤੁਹਾਡੇ ਜੀਵਨ ਚ ਹੋਣਗੀਆਂ। ਹੁਣ ਤੋਂ ਤੁਸੀਂ ਸੰਤਾਂ ਦੇ ਕੀ ਜੇ? ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦੇ। ਸੰਤਾਂ ਦੇ ਵਤਨੀ ਕਹਿਣ ਤੋਂ ਮਤਲਬ ਇੱਕ ਪਾਪੀ ਇਨਸਾਨ ਜਿਹੜਾ ਕਿ ਪਰਮੇਸ਼ਰ ਦੇ ਲੋਕਾਂ ਦੇ ਜਾਂ ਪਰਮੇਸ਼ਰ ਦੇ ਨਜ਼ਦੀਕ ਵੀ ਨਹੀਂ ਸੀ ਆ ਸਕਦਾ, ਪਰਮੇਸ਼ਰ ਨੇ ਉਹਨੂੰ ਸਿੱਧ ਕਰਕੇ, ਪਰਮੇਸ਼ਰ ਨੇ ਉਹਨੂੰ ਧਰਮੀ ਬਣਾ ਕੇ ਸੰਤਾਂ ਦਾ ਕੀ ਬਣਾਤਾ? ਵਤਨੀ। ਜਿੱਥੇ ਸੰਤ ਰਹਿਣਗੇ ਉੱਥੇ ਤੂੰ ਵੀ ਹੁਣ ਕੀ ਕਰੇਂਗਾ? ਸੰਤ ਕਿੱਥੇ ਰਹਿਣਗੇ? ਸਵਰਗ। ਸੰਤਾਂ ਦਾ ਵਤਨੀ ਕਹਿਣ ਤੋਂ ਮਤਲਬ ਸਵਰਗ ਦਾ ਅਧਿਕਾਰੀ ਜਾਂ ਸਵਰਗ ਦਾ ਵਾਰਸ ਵੀ ਬਣਾਇਆ। ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦੇ। ਸਭ ਤੋਂ ਵੱਡੀ ਗੱਲ ਆ
ਪਰਮੇਸ਼ਰ ਦੇ ਘਰਾਣੇ ਦੇ ਬਣ ਜਾਣਾ। ਦੁਨੀਆ ਤੇ ਇਸ ਤੋਂ ਵੱਡਾ ਪਦਵੀ ਜਾਂ ਇਸ ਤੋਂ ਵੱਡਾ ਅਹੁਦਾ ਹੈ ਹੀ ਨਹੀਂ ਕਿ ਅਸੀਂ ਕਿਹਦੇ ਘਰਾਣੇ ਦੇ। ਦੁਨੀਆ ਤੇ 3-4 ਮਸ਼ਹੂਰ ਘਰਾਣੇ ਤੁਸੀਂ ਦੇਖ ਲਓ ਇੰਡੀਆ ਦੇ ਵਿੱਚ, ਅੰਬਾਨੀ ਪਰਿਵਾਰ, ਟਾਟਾ ਪਰਿਵਾਰ, ਬਿਰਲਾ ਪਰਿਵਾਰ, ਔਰ ਅਮਰੀਕਾ ਦੇ ਵਿੱਚ, ਇੱਧਰ ਬਾਕੀ ਹੋਰ ਦੇਸ਼ਾਂ ਦੇ ਵਿੱਚ ਬੜੇ ਬੜੇ ਘਰਾਣੇ ਨੇ। ਜਦੋਂ ਉਹਨਾਂ ਦੇ ਲੋਕਾਂ ਨੂੰ ਉਹਨਾਂ ਦਾ ਜੀਵਨ ਜਦੋਂ ਲੋਕ ਦੇਖਦੇ ਨੇ ਤਾਂ ਲੋਕ ਅਚੰਭਾ ਹੁੰਦੇ ਨੇ, ਇੱਕ ਆਦਰ ਦੇ ਨਜ਼ਰ ਨਾਲ ਦੇਖਦੇ ਨੇ, ਹੈ ਨਾ। ਅੰਬਾਨੀ ਪਰਿਵਾਰ ਚ ਕੋਈ ਆ ਜਾਏ, ਅਸੀਂ ਕਹਾਂਗੇ ਇਹ ਇੰਡੀਆ ਦਾ ਸਭ ਤੋਂ ਅਮੀਰ ਪਰਿਵਾਰ ਦਾ ਸਦੱਸਿਆ ਆ। ਪਰ ਮੈਂ ਔਰ ਤੁਸੀਂ, ਇਹ ਅੰਬਾਨੀ ਪਰਿਵਾਰ, ਇਹ ਟਾਟਾ ਪਰਿਵਾਰ, ਇਹ ਬਿਰਲਾ ਪਰਿਵਾਰ, ਜੇਕਰ ਇਹ ਤੋਬਾ ਨਹੀਂ ਕਰਨਗੇ ਤੇ ਇਹਨਾਂ ਦਾ ਕੋਈ ਵੀ ਫਿਊਚਰ ਨਹੀਂ ਆ। ਪਰ ਤੁਹਾਡਾ ਔਰ ਮੇਰਾ ਇੱਕ ਉਜਵਲ ਭਵਿੱਖ ਆ। ਉਹ ਭਵਿੱਖ ਦਾ ਨਾਮ ਕੀ ਆ? ਅਸੀਂ ਸੰਤਾਂ ਦੇ ਵਤਨੀ ਬਣਾਂਗੇ ਔਰ ਪਰਮੇਸ਼ਰ ਦੇ ਕੀ ਆ ਅਸੀਂ। ਤੁਸੀਂ ਇਹ ਯਾਦ ਰੱਖੋ, ਹੁਣ ਆਪਣੇ ਜੀਵਨ ਦੇ ਵਿੱਚੋਂ ਸਭ ਤਰ੍ਹਾਂ ਦਾ ਡਰ ਕੱਢ ਦਿਓ। ਬਿਮਾਰੀ ਦਾ ਡਰ ਕੱਢ ਦਿਓ, ਹੋਰ ਪਰੇਸ਼ਾਨੀਆਂ ਦਾ ਡਰ ਕੱਢ ਦਿਓ, ਹੋਰ ਜੋ ਵੀ ਚੀਜ਼ਾਂ ਤੁਹਾਨੂੰ ਵਿਚਲਿਤ ਜਾਂ ਪਰੇਸ਼ਾਨ ਕਰਦੀਆਂ ਨੇ ਨਾ, ਉਹਨਾਂ ਚੀਜ਼ਾਂ ਦਾ ਸਾਰਾ ਭੈ ਜਾਂ ਡਰ ਨੂੰ ਕੱਢ ਦਿਓ। ਕਿਉਂਕਿ ਤੁਸੀਂ ਸਧਾਰਨ ਨਹੀਂ ਜੇ, ਤੁਸੀਂ ਆਮ ਨਹੀਂ ਰਹਿ ਗਏ। ਤੁਸੀਂ ਕੀ ਜੇ ਹੁਣ? ਪਰਮੇਸ਼ਰ ਦੇ ਘਰਾਣੇ ਦੇ। ਪਰਮੇਸ਼ਰ ਦੇ ਘਰਾਣੇ ਦੇ ਹੋਣ ਦੇ ਕਾਰਨ ਹੁਣ ਤੁਹਾਨੂੰ ਇਸ ਦੁਨੀਆ ਤੇ ਕਿਸੇ ਵੀ ਚੀਜ਼ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ। ਸਾਡਾ ਪਰਮੇਸ਼ਰ ਕੌਣ ਆ? ਸਾਡਾ ਪਰਮੇਸ਼ਰ ਰਾਜਿਆਂ ਦਾ ਰਾਜਾ। ਸਾਡਾ ਪਰਮੇਸ਼ਰ ਪ੍ਰਭੂਆਂ ਦਾ ਪ੍ਰਭੂ ਆ। ਉਸ ਪਰਮੇਸ਼ਰ ਦੇ ਘਰਾਣੇ ਦੇ ਕਹਿ ਰਿਹਾ, ਉਸ ਘਰਾਣੇ ਦੇ ਹੋ ਤੁਸੀਂ। ਤੇ ਜੇਕਰ ਤੁਹਾਨੂੰ ਇਸ ਧਰਤੀ ਤੇ ਕਿਸੇ ਵਸਤ ਦੀ ਲੋੜ ਪੈ ਜਾਂਦੀ ਆ ਜਾਂ ਕਿਸੇ ਚੀਜ਼ ਦੀ ਜ਼ਰੂਰਤ ਪੈ ਜਾਂਦੀ ਆ, ਤਾਂ ਜਿਸ ਘਰਾਣੇ ਦੇ ਹੋ ਨਾ ਤੁਸੀਂ, ਉਹ ਘਰਾਣਾ ਤੁਹਾਡੇ ਲਈ ਮਦਦ ਕਰੇਗਾ। ਤੁਹਾਡੀ ਬਿਮਾਰੀ ਦੇ ਵਿੱਚ, ਤੁਹਾਡੀ ਪਰੇਸ਼ਾਨੀ ਦੇ ਵਿੱਚ, ਤੁਹਾਡੀ ਤੰਗੀ ਦੇ ਵਿੱਚ, ਹਰ ਹਾਲਾਤ ਦੇ ਵਿੱਚ ਉਹ ਘਰਾਣਾ ਤੁਹਾਡੇ ਤੇ ਨਜ਼ਰ ਬਣਾਈ ਰੱਖਿਆ। ਉਹ ਦੇਖ ਰਿਹਾ ਤੁਹਾਨੂੰ। ਸਵਰਗ ਦੇ ਸਿਟੀਜ਼ਨ ਹੋ ਤੁਸੀਂ। ਤੁਹਾਨੂੰ ਯਾਦ ਆ ਪਿੱਛੇ ਜੇ ਇੰਡੀਆ ਦੇ ਵਿੱਚ 9/11 ਦਾ ਜਦੋਂ ਹਮਲਾ ਹੋਇਆ, 26 ਨਵੰਬਰ ਨੂੰ ਜਿਹੜਾ ਹਮਲਾ ਹੋਇਆ, ਉਹਦੇ ਵਿੱਚ ਕੁਝ ਅਮਰੀਕੀ ਨਾਗਰਿਕ ਮਾਰੇ ਗਏ ਤੇ ਅਮਰੀਕਾ ਦੀ FBI ਨੂੰ ਇੱਥੇ ਆਉਣਾ ਪਿਆ ਇੰਡੀਆ ਦੇ ਵਿੱਚ ਆ ਕੇ ਉਹਨਾਂ ਸਾਰਿਆਂ ਗੱਲਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ। ਕਿਉਂਕਿ ਕਿਹੜੇ ਨਾਗਰਿਕ ਮਾਰੇ ਗਏ ਸੀ? ਅਮਰੀਕਨ ਨਾਗਰਿਕ। ਇੱਕ ਅਮਰੀਕਾ ਇੱਕ ਇਸ ਸੰਸਾਰ ਦਾ ਇੱਕ ਦੇਸ਼ ਹੋਣ ਦੇ ਨਾਤੇ ਅਮਰੀਕਾ ਨੂੰ ਕੱਲ ਦਾ ਆਪਣਾ ਭਵਿੱਖ ਨਹੀਂ ਪਤਾ। ਉਹ ਇੱਕ ਇੱਥੋਂ ਦਾ ਦੇਸ਼ ਹੋਣ ਦੇ ਨਾਤੇ ਇੰਨੀ ਜ਼ਿੰਮੇਵਾਰੀ ਦੇ ਨਾਲ ਜਿੱਥੇ ਕਿਤੇ ਉੱਥੇ ਉਹਦੇ ਨਾਗਰਿਕਾਂ ਤੇ ਹਮਲਾ ਹੁੰਦਾ ਜਾਂ ਕਿਸੇ ਦੀ ਮੌਤ ਹੁੰਦੀ ਆ, ਉਹ ਆਪ ਜਾ ਕੇ ਜਾਂਚ ਪੜਤਾਲ ਔਰ ਇਨਵੈਸਟੀਗੇਸ਼ਨ ਕਰਦਾ ਆ। ਤੇ ਤੁਸੀਂ ਤੇ ਮੈਂ ਕਿੱਥੋਂ ਦੇ ਆ? ਅਸੀਂ ਸਵਰਗ ਦੇ ਸਿਟੀਜ਼ਨ ਆ। ਸਵਰਗੀ ਸੈਨਾ ਦਾ ਪਤਾ ਨਾ, ਮੀਕਾਇਲ ਦਾ ਪਤਾ ਨਾ, ਸਵਰਗ ਦੇ ਪਰਮੇਸ਼ਰ ਦਾ ਪਤਾ ਨਾ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਸਾਨੂੰ, ਸਮਝੋ ਜਰਾ। ਸ਼ੈਤਾਨ ਨੇ ਜੋ ਨੁਕਸਾਨ ਕੀਤਾ ਸੀ, ਸ਼ੈਤਾਨ ਨੇ ਜੋ ਤੁਹਾਡੇ ਜੀਵਨ 'ਚ ਨੁਕਸਾਨ ਲੈ ਕੇ ਆਇਆ ਸੀ, ਉਸ ਨੁਕਸਾਨ ਦੀ ਭਰਪਾਈ ਪਰਮੇਸ਼ਰ ਨੇ ਕਰ ਦਿੱਤੀ। ਕਹਿੰਦਾ ਹੁਣ ਤੋਂ ਤੁਸੀਂ ਓਪਰੇ ਤੇ ਓਪਰਿਆਂ ਦਾ ਕੋਈ ਹੱਕ ਨਹੀਂ, ਓਪਰਿਆਂ ਦਾ ਕੋਈ ਹਿੱਸਾ ਨਹੀਂ, ਪਰ ਤੁਹਾਡਾ ਹਿੱਸਾ ਆ। ਕਿਉਂਕਿ ਹੁਣ ਤੁਸੀਂ ਕੀ ਨਹੀਂ ਜੇ? ਓਪਰੇ ਨਹੀਂ ਜੇ। ਤੁਹਾਡੀ ਵਚਨਾਂ ਦੇ ਨਾਲ ਸੁਨਤ ਵੀ ਕੀਤੀ ਜਾਏਗੀ, ਤੁਹਾਨੂੰ ਪਵਿੱਤਰ ਸਥਾਨਾਂ ਦੇ ਅੰਦਰ ਵੀ ਦਾਖਲ ਕੀਤਾ ਜਾਵੇਗਾ, ਬਲਕਿ ਮੈਂ ਤੁਹਾਡੇ ਅੰਦਰ ਆਵਾਂਗਾ। ਉਹ ਜੋ
ਘਰ ਚੋਂ ਬਾਹਰ ਕੱਢ ਦਿੱਤੇ ਗਏ ਸੀ, ਅੱਜ ਪਰਮੇਸ਼ਰ ਨੇ ਬੁਲਾਏ ਨੇ। ਔਰ ਕਿਸ ਰੂਪ ਚ ਬੁਲਾਏ? ਹੁਣ ਤੋਂ ਤੁਸੀਂ ਮੇਰੇ ਵਾਸਤੇ ਉਪਰੇ ਨਹੀਂ, ਹੁਣ ਤੋਂ ਤੁਸੀਂ ਮੇਰੇ ਵਾਸਤੇ ਪਰਦੇਸੀ ਨਹੀਂ, ਹੁਣ ਤੋਂ ਤੁਸੀਂ ਮੇਰੇ ਲਈ ਸੰਤਾਂ ਦੇ ਵਤਨੀ ਤੇ ਮੇਰੇ ਘਰਾਣੇ ਦੇ ਹੋ। ਮੇਰੇ ਪਿਆਰਿਓ, ਤੁਸੀਂ ਰਾਜਿਆਂ ਦੇ ਰਾਜੇ ਦੇ ਘਰਾਣੇ ਨਾਲ ਸੰਬੰਧ ਰੱਖਦੇ ਹੋ। ਜੇਕਰ ਤੁਹਾਡੇ ਤੇ ਕਦੀ ਕੋਈ ਪਰੇਸ਼ਾਨੀ ਆ ਵੀ ਜਾਂਦੀ ਹੈ, ਕੋਈ ਮੁਸ਼ਕਲ ਮੁਸੀਬਤ ਆ ਵੀ ਜਾਂਦੀ, ਤੇ ਘਬਰਾਉਣ ਦੀ ਕੀ ਲੋੜ ਹੈ? ਤੁਹਾਡੀਆਂ ਪਰੇਸ਼ਾਨੀਆਂ ਦੇ ਵਿੱਚ, ਤੁਹਾਡੀਆਂ ਮੁਸੀਬਤਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਨਾਲ ਡੀਲ ਕਰਦੇ ਹੋ, ਤੁਹਾਡੇ ਵੱਲ ਵੇਖ ਕੇ ਦੂਸਰੇ ਲੋਕਾਂ ਨੇ ਆਸ਼ੀਸ਼ ਪਾਉਣੀ ਆ, ਕਿਉਂਕਿ ਤੁਹਾਨੂੰ ਚਿੰਤਾ ਨਹੀਂ ਆ। ਚਿੰਤਾ ਉਹਨਾਂ ਨੂੰ ਹੋਵੇ ਜਿਨ੍ਹਾਂ ਦਾ ਕੋਈ ਹੈ ਨਹੀਂ, ਚਿੰਤਾ ਉਹਨਾਂ ਨੂੰ ਹੋਵੇ ਜਿਨ੍ਹਾਂ ਦਾ ਕੋਈ ਫਿਊਚਰ ਨਹੀਂ, ਚਿੰਤਾ ਉਹਨਾਂ ਨੂੰ ਹੋਵੇ ਜਿਨ੍ਹਾਂ ਦਾ ਕੋਈ ਹੱਥ ਫੜਨ ਵਾਲਾ ਨਹੀਂ। ਤੁਹਾਨੂੰ ਪਰਮੇਸ਼ਰ ਨੇ ਕੀ ਬਣਾ ਦਿੱਤਾ? ਅਸੀਂ ਕੀ ਸੀ ਤੇ ਕੀ ਦਰਜਾ ਦੇ ਦਿੱਤਾ ਹੈ। ਹਾਲੇਲੂਇਆ। ਸੰਤਾਂ ਦੇ ਵਤਨੀ, ਪਰਮੇਸ਼ਰ ਕਹਿੰਦਾ ਮੇਰੇ ਘਰਾਣੇ ਦੇ। ਤੁਸੀਂ ਮੇਰੇ ਨਾਲ ਸੰਬੰਧ ਰੱਖਦੇ ਹੋ। ਤੁਹਾਡਾ ਬਾਪ ਕੌਣ ਆ? ਦੁਨੀਆ ਦੇ ਲਈ ਪਰਮੇਸ਼ਰ ਖੁਦਾ ਆ, ਦੁਨੀਆ ਦੇ ਲਈ ਪਰਮੇਸ਼ਰ ਰੱਬ ਆ। ਦੁਨੀਆ ਜਿਹਨੂੰ ਰੱਬ ਕਹਿੰਦੀ ਆ, ਦੁਨੀਆ ਜਿਹਨੂੰ ਖੁਦਾ ਕਹਿੰਦੀ ਆ, ਸਾਡਾ ਉਹ ਬਾਪ ਆ। ਅਸੀਂ ਉਹਨੂੰ ਡਾਇਰੈਕਟ ਅੱਬਾ ਜਾਂ ਹੇ ਪਿਤਾ ਕੀ ਕਰ ਸਕਦੇ ਹਾਂ? ਕਹਿ ਸਕਦੇ ਹਾਂ। ਇਸ ਕਰਕੇ ਪਰਮੇਸ਼ਰ ਕੀ ਕਹਿ ਰਿਹਾ? ਤੁਸੀਂ ਮੇਰੇ ਘਰਾਣੇ ਦੇ ਹੋ। ਹੁਣ ਤੋਂ ਤੁਸੀਂ ਕੀ ਨਹੀਂ ਜੇ? ਨਾ ਤੇ ਉਪਰੇ ਤੇ ਨਾ ਹੀ ਪਰਦੇਸੀ। ਹਾਲੇਲੂਇਆ। ਹਾਲੇਲੂਇਆ। ਇਹਨਾਂ ਵਚਨਾਂ ਦੇ ਲਈ ਔਰ ਇਸ ਮਹਾਨ ਕੰਮ ਦੇ ਲਈ ਪਰਮੇਸ਼ਰ ਦਾ ਜਿੰਨਾ ਵੀ ਧੰਨਵਾਦ ਹੋ ਸਕਦਾ ਓਨਾ ਹੀ ਘੱਟ ਹੈ। ਤਾਂ ਹੀ ਤੇ ਮੈਂ ਕਹਿ ਰਿਹਾ ਸੀ, ਕਿਉਂ ਦੁਨੀਆ ਉਹਦਾ ਧੰਨਵਾਦ ਕਰਦੀ ਹੈ? ਕਿਉਂ ਦੁਨੀਆ ਚਲਾ ਚਲਾ ਕੇ ਰੋ ਰੋ ਕੇ ਕਹਿੰਦੀ ਹੈ, ਪਰਮੇਸ਼ਰ ਜੇਕਰ ਇਸ ਅਸਮਾਨ ਦੇ ਹੇਠ ਜਾਂ ਧਰਤੀ ਦੇ ਉੱਪਰ ਕੋਈ ਨਾਮ ਆ ਜਿਸ ਨਾਮ ਨੂੰ ਵਡਿਆਇਆ ਜਾਵੇ, ਜਿਸ ਨਾਮ ਦੀ ਤਾਰੀਫ ਕੀਤੀ ਜਾਵੇ, ਉਹ ਨਾਮ ਹੈ ਤੇਰਾ ਨਾਮ। ਇਸੇ ਕਾਰਨ, ਕਿਉਂਕਿ ਨੇ ਅਜਿਹੇ ਕੰਮ ਕਰ ਦਿੱਤੇ ਨੇ ਜੋ ਸਾਡੀ ਸੋਚ ਤੋਂ ਵੀ ਕੀ ਸੀ? ਪਰੇ ਸੀ। ਹਾਲੇਲੂਇਆ। ਤਾਂ ਆਈਏ ਇੱਕ ਗੀਤ ਗਾ ਕੇ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਗੀਤ ਦੀ ਕਿਤਾਬ ਵਿੱਚੋਂ ਗੀਤ ਨੰਬਰ 177। ਹਾਲੇਲੂਇਆ। ਧੰਨਵਾਦ ਹੋ, ਧੰਨਵਾਦ ਹੋ। ਹੁਣ ਤਾਂ ਤੁਸੀਂ ਉਪਰੇ ਤੇ ਪਰਦੇਸੀ ਨਹੀਂ ਹੋ, ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦੇ ਹੋ। 177 नंबर गीत। दिन में बादल का छाया बना, रात में अग्नि की ज्वाला बना। दिन में बादल का छाया बना, रात में अग्नि की ज्वाला बना। रक्षक बना हमारा, रक्षक बना हमारा प्रभु जी। सुख शांति से संभाला प्रभु जी, सुख शांति से संभाला। धन्य 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 प्रभु को जिसने मुक्ति दी हमको। धन्य 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 प्रभु को जिसने मुक्ति दी हमको। शरण में अपनी लाया, शरण में अपनी लाया प्रभु जी। दिन रात है संभाला प्रभु जी, दिन रात है संभाला। वचन का मन्ना खिलाया हमें, पानी चट्टान से पिलाया हमें। वचन का मन्ना खिलाया हमें, पानी चट्टान से पिलाया।
आत्मा को तृप्त किया, आत्मा को तृप्त किया प्रभु जी, दिल में तू शांति लाया प्रभु जी, दिल में तू शांति लाया, कनान देश में लाया हमें, संतों के साथ मिलाया हमें, कनान देश में लाया हमें, संतों के साथ मिला हमें, धन्यवाद तुझे करें हम, धन्यवाद तुझे करें हाँ प्रभु जी, साष्टांग प्रणाम करें हम प्रभु जी, साष्टांग प्रणाम, धन्य 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 प्रभु को जिसने मुक्ति दी हमको, धन्य 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 प्रभु को जिसने मुक्ति दी हमको, शरण में अपनी लाया, शरण में अपनी लाया प्रभु जी, दिन रात है संभाला प्रभु जी, दिन रात है संभाला, दिन में बादल का छाया बना, रात में अग्नि की ज्वाला बना, दिन में बादल का छाया बना, रात में अग्नि की रक्षक बना हमारा, रक्षक बना हमारा प्रभु जी, सुख शांति से संभाला प्रभु जी, सुख शांति से संभाला। हालेलुया, धन्यवाद हो, धन्यवाद हो। कनान देश सानू लैके आया, संतां दे नाल बिठाया, अपना वतनी और अपने घराने दे सानू बनाया। ये सब गल्लां दे लई हमेशा परमेश्वर दा धन्नवाद साडे मूँह च निकलदा रहे। तो आई मैं प्रार्थना करांगा सारिਆਂ दे लई। सर्वशक्तिमान पिता परमेश्वर, मैं तुहाडा धन्नवाद करदा अज दे सुंदर समय दे लई कि पिता एक बारी फेर असी सबना ने इकट्ठे होकर तेरी स्तुति की, तेरी वड्याई की। बेशक पिता माहौल ऐसे ने कि असी एक जगह ते इकट्ठे होकर तेरी वड्याई स्तुति नहीं कर सकते पिता, पर तू इस मोबाइल दे राही, इस ऐप दे राही पिता सानू सबना नू जोड़ के एक कीता। पिता जिन्ने भी तेरे बच्चे इस जगह ते बैठे जां अपने अपने घरां दे विच मोबाइल ते हुण सुन रहे ने जां बाद सुनणगे पिता, सबना ते तेरी कृपा तेरा फजल बनया रहे पिता। इस वचनां दे अनुसार सब अपनी अहमियत नूं पहचान। असी हुण उपरे नहीं, असी हुण परदेसी नहीं। हुण साडा सुभाव उपरियां और परदेसियां वाला ना रहे, सगों हुण असी परमेश्वर दे वतनी और संतां दे वतनी और परमेश्वर दे घराने दे हां पिता। इस चीज़ की गहराइयां नूं समझदे होए अपना आत्मिक जीवन बतीत करन पिता। तेरी प्रजा बन के, तेरे पुत्र तेरे बच्चे बन के इस धरती ते चलन और तेरे अधिकार नूं पिता जी इस्तेमाल करन पिता। मैं प्रार्थना करदा सब जन इन्हां वचनां द्वारा बहुत आशीष पाउण पिता। तेरी कृपा साडे सारिਆਂ दे नाल बनी रहे। धन्नवादियां संभालिया, मदद कीती, सब गल्लां नूं तुसीं अपने हत्थां च लिया। सब गल्लां दा आदर महिमा जलाल तुहानूं ही दिंदे होए तुहाडे बेटे अपने प्रभु यीशु मसीह दे नाम च मंगदे हां, आमीन। हालेलुया, हालेलुया। सब नूं जय मसीह दी। फिर वीरवार 11 बजे ठीक असी परमेश्वर दे वचनां नूं लैके आवांगे। तद तक दे लई परमेश्वर तुहानूं सारिਆਂ नूं संभाले। सबना ते परमेश्वर दी महान वड्डी कृपा बनी रहे। सब नूं जय मसीह दी।